ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰੂ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰੂ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਮਿਲ ਸਿੱਖਣ ਮੈਂ ਭਣਿਓ ਸਭਨ ਕੋ। ਜਲ ਕੇ ਸੇਵਾ ਦਿਓ ਮੁਝ ਦਾਨ। ਆਇਸ ਲੈ ਕਰ ਕਲਸ ਉਚਾਇਓ। ਸਿਰ ਧਰ ਲਿਆਵਤ ਹੈ ਤਿਸ ਥਾਨ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਲ ਸਿੱਖਣ ਮੈਂ ਭਣਿਓ ਸਭਨ ਕੋ। ਜਲ ਕੇ ਸੇਵਾ ਦਿਓ ਮੁਝ ਦਾਨ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਧੰਨ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ। ਕਈ ਦਿਨ ਰਹਿ ਕੇ ਉੱਥੇ ਬਤੀਤ ਕੀਤੇ। ਲੰਗਰ ਛਕਦੇ ਨੇ, ਲੰਗਰ ਦੇ ਸਮੇਂ 'ਚ ਆਉਂਦੇ ਨੇ, ਫਿਰ ਇਕਾਂਤ ਵਿੱਚ ਹੋ ਕੇ ਬੈਠ ਜਾਂਦੇ ਨੇ। ਕਈ ਦਿਨ ਬੀਤਣ ਤੋਂ ਬਾਅਦ ਸਿੱਖ ਸੇਵਾ ਕਰਦੇ ਨੇ। ਵੇਖ ਕੇ ਮਨ ਵਿੱਚ ਚਾਅ ਪੈਦਾ ਹੁੰਦਾ ਹੈ ਕਿ ਗੁਰੂ ਕੀ ਸੇਵਾ ਤੇ ਚਾਹੀਦੀ ਹੈ। ਉਹਦੇ ਵਿਚਾਰ ਕਰਕੇ ਕਿ ਸੇਵਾ ਮੈਂ ਜਲ ਦੀ ਲਿਆਵਾਂ। ਇਹ ਸੇਵਾ ਕਰ ਰਹੇ ਜਿਹੜੇ ਸਿੱਖ ਨੇ, ਸਿੱਖਾਂ ਦੇ ਕੋਲ ਬਾਬਾ ਅਮਰਦਾਸ ਜੀ ਨੇ ਬੇਨਤੀ ਕੀਤੀ, ਮਿਲ ਸਿੱਖਣ ਮੈਂ ਭਣਿਓ ਸਭਨ ਕੋ। ਜਲ ਕੇ ਸੇਵਾ ਦਿਓ ਮੁਝ ਦਾਨ। ਬਾਬਾ ਅਮਰਦਾਸ ਜੀ ਕਈ ਦਿਨ ਬਾਅਦ ਸਿੱਖਾਂ ਨੂੰ ਮਿਲੇ ਅਤੇ ਮਿਲ ਕੇ ਕਹਿੰਦੇ ਨੇ, ਭਾਈ ਸਿੱਖੋ ਕਿ ਮੈਂ ਸੇਵਾ ਕਰਨੀ ਚਾਹੁੰਦਾ ਅਤੇ ਮੈਂ ਚਾਹੁੰਦਾ ਕਿ ਜਲ ਦੀ ਸੇਵਾ ਜਿਹੜੀ ਸਾਰੀ ਮੈਂ ਕਰਾਂ। ਜਿੰਨਾ ਵੀ ਜਲ ਲੰਗਰ ਵਿੱਚ ਲੱਗਣਾ ਹੈ, ਸਿੱਖ ਸੰਗਤਾਂ ਨੇ ਛਕਣਾ ਹੈ, ਉਹ ਸਾਰਾ ਮੈਂ ਲੈ ਕੇ ਆਵਾਂ। ਆਇਸ ਲੈ ਕਰ ਕਲਸ ਉਚਾਇਓ। ਸਿਰ ਧਰ ਲਿਆਵਤ ਹੈ ਤਿਸ ਥਾਨ। ਬਸ ਜਦੋਂ ਸਿੱਖਾਂ ਨੇ ਕਿਹਾ ਕਿ ਬਾਬਾ ਦੇਖ, ਜੇ ਕਰ ਸਕਣਾ ਸੇਵਾ ਤਾਂ ਜ਼ਰੂਰ ਕਰ, ਕਿਉਂਕਿ 62 ਸਾਲ ਦੀ ਉਮਰ, ਚਿੱਟਾ ਦਾੜਾ ਹੈ, ਔਰ ਬਾਬਾ ਅਮਰਦਾਸ ਜੀ ਦਾ ਜਿਹੜਾ ਕੱਦ ਹੈ ਉਹ ਵੀ ਥੋੜ੍ਹਾ ਮੱਧਰਾ ਸੀ। ਔਰ ਸਿੱਖਾਂ ਨੇ ਜਦੋਂ ਕਿਹਾ ਕਿ ਭਾਈ ਤੇਰੀ ਮਰਜ਼ੀ ਹੈ, ਬਾਬਾ ਜੀ ਕਰਨੀ ਚਾਹੁੰਦਾ ਸੇਵਾ ਤੇ ਕਰ। ਬਾਬਾ ਅਮਰਦਾਸ ਜੀ ਨੇ ਉਸ ਵੇਲੇ ਗਾਗਰ ਚੁੱਕੀ, ਔਰ ਉਹ ਗਾਗਰ ਉਸ ਸਮੇਂ ਦੇ ਆਪ ਜੀ ਜਾਣਦੇ ਵੀ ਕਿ ਪਿੱਤਲ ਦੇ ਗਾਗਰ ਖਾਲੀ ਵੈਸੇ ਸੁੱਖ ਨਾਲ ਬਥੇਰੀ ਭਾਰੀ ਹੁੰਦੀ। ਦੇ ਤਰਸੋਈ ਮੈਂ ਚਾਹੇ ਜੇ ਤੱਕ। ਸਿੱਖਣ ਕੋ ਕਰਵਾਵੇਂ ਪਾਣ। ਗਾਗਰ ਭਰ ਭਰ ਕੇ ਲਿਆਉਂਦੇ ਨੇ। ਜਿੰਨਾ ਰਸੋਈ ਦੇ ਵਿੱਚ ਲੰਗਰ ਦੇ ਵਿੱਚ ਪਾਣੀ ਚਾਹੀਦਾ ਹੈ ਉਹ ਸਾਰਾ ਭਰਦੇ ਨੇ। ਲੰਗਰ ਤਿਆਰ ਹੋ ਜਾਂਦਾ, ਉਸ ਤੋਂ ਬਾਅਦ ਜਿਹੜਾ ਸਿੱਖ ਪਾਣੀ ਛਕਦੇ ਨੇ, ਪੀਂਦੇ ਨੇ, ਸਾਰੇ ਸਿੱਖਾਂ ਨੂੰ ਪੀਣ ਵਾਲਾ ਪਾਣੀ ਬਾਬਾ ਅਮਰਦਾਸ ਜੀ ਭਰ ਕੇ ਲਿਆ ਕੇ ਛਕਾਉਂਦੇ ਨੇ। ਮਨ ਨੇਵੋਂ ਕਰ ਸਾਦਰ ਬੋਲੇ। ਨਹਿ ਡੋਲਾ ਬੁੱਧ ਕੋ ਦ੍ਰਿੜ ਠਾਨ। ਬਾਬਾ ਅਮਰਦਾਸ ਜੀ ਸੇਵਾ ਕਰਦੇ ਨੇ ਔਰ ਮਨ ਨੂੰ ਨੀਵਾਂ ਰੱਖਦੇ ਨੇ। ਔਰ ਦੇਖੋ ਸੇਵਾ ਦਾ ਭਾਵ ਅਰਥ ਇਹ ਹੁੰਦਾ ਹੈ ਨਿਮਰਤਾ। ਸਭ ਦੇ ਨਾਲ ਬੜੇ ਸਤਿਕਾਰ ਦੇ ਨਾਲ ਬੋਲਦੇ ਨੇ, ਕਿਸੇ ਨੂੰ ਕਦੇ ਰੁੱਖਾ ਨਹੀਂ ਬੋਲਦੇ।
ਔਰ ਬਹੁਤਾਤ ਗਿਣਤੀ ਵਿੱਚ ਦੇਖਿਆ ਜਾਂਦਾ ਕਿ ਸੇਵਾ ਕਰਨ ਵਾਲੇ ਕਿ ਬੋਲੀ ਦੇ ਵਿੱਚ ਲਿਆਕਤ ਨਹੀਂ ਹੁੰਦੀ। ਇੱਥੋਂ ਤੱਕ ਭਾਵੇਂ ਆਪਣੇ ਵੱਲੋਂ ਪਿਆਰ ਨਾਲ ਹੀ ਬੋਲਦੇ ਹੋਣਗੇ, ਪਰ ਬੋਲਣ ਲੱਗਿਆ ਕਈ ਵਾਰੀ ਹਿਸਾਬ ਤਾਂ ਵੀ ਭੁੱਲ ਜਾਂਦੇ ਨੇ ਕਿ ਗੁਰੂ ਘਰ ਦਾ ਕੋਈ ਵਜ਼ੀਰ ਹੈ, ਹੈਡ ਗ੍ਰੰਥੀ ਹੈ, ਹੈਡ ਰਾਗੀ ਹੈ, ਵੀ ਉਹਨਾਂ ਦੀ ਆਪਣੀ ਥਾਂ 'ਤੇ ਕੋਈ ਉਹਨਾਂ ਦਾ ਸਤਿਕਾਰ ਹੈ। ਔਰ ਬੜਾ ਹੀ ਰੁੱਖਾ ਬੋਲਦੇ ਨੇ, ਉਦੋਂ ਕਈ ਵਾਰੀ ਫਿਰ ਲੱਗਦਾ ਵੀ ਹੈ ਵੀ ਇੰਨੇ ਸਾਲ ਕਰਕੇ ਸੇਵਾ ਕਿ ਸਾਨੂੰ ਬੋਲਣ ਦੀ ਅਕਲ ਵੀ ਨਹੀਂ ਆਈ। ਕਰ ਬਾਬਾ ਅਮਰਦਾਸ ਜੀ ਮਨ ਨੀਵਾਂ ਰੱਖਦੇ ਨੇ, ਬੇਨਤੀ ਕਰ ਸੇਵਾ ਦਾ ਭਾਵ ਅਰਥ ਹੀ ਨਿਮਰਤਾ ਹੈ। ਮਨ ਨੀਵਾਂ ਰੱਖਦੇ ਨੇ ਅਤੇ ਜਿਹਦੇ ਨਾਲ ਬੋਲਦੇ ਬਹੁਤ ਘੱਟ ਨੇ, ਜਦੋਂ ਵੀ ਬੋਲਦੇ ਨੇ ਬੜੇ ਸਤਿਕਾਰ ਦੇ ਨਾਲ ਬੜਾ ਮਿੱਠਾ ਬੋਲਦੇ ਨੇ। ਸ੍ਰੀ ਅੰਗਤ ਜਬ ਜਾਪ ਜਾਮਨੀ, ਜਾਗੇ ਮੱਝੇ ਥਿਤ ਤਿਸ ਕਾਲ। ਔਰ ਸੇਵਾ ਕਰਦੇ ਬਾਬਾ ਅਮਰਦਾਸ ਜੀ ਵੇਖਦੇ ਨੇ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਉਹ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕਰਦੇ ਨੇ। ਔਰ ਉਸ ਦਿਨ ਤੋਂ ਅਗਲੇ ਦਿਨ ਤੋਂ ਜਦੋਂ ਦੇਖਿਆ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ, ਮਨ ਬਣਾ ਲਿਆ ਕਿ ਇਸ਼ਨਾਨ ਵਾਸਤੇ ਵੀ ਜਲ ਜਿਹੜਾ ਮੈਂ ਭਰ ਕੇ ਲਿਆਵਾਂ। ਗੁਰੂ ਸਾਹਿਬ ਦੇ ਉੱਠਣ ਤੋਂ ਪਹਿਲਾਂ ਇੱਥੇ ਜਲ ਆਇਆ ਹੋਵੇ। ਤਬ ਤੇ ਆਗੇ ਹੀ ਉੱਠ ਕਰਕੇ ਜਲ ਆਨੇ ਭਰ ਕਲਸ ਵਿਸਾਲ। ਕਹਿੰਦੇ ਉਸ ਦਿਨ ਤੋਂ ਲੈ ਕੇ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਉੱਠਣ ਤੋਂ ਪਹਿਲਾਂ ਔਰ ਪੈਰ ਰਾਤ ਰਹਿੰਦੇ ਗੁਰੂ ਅੰਗਦ ਦੇਵ ਜੀ ਉੱਠਦੇ ਨੇ, ਉਹਨਾਂ ਦੇ ਉੱਠਣ ਤੋਂ ਪਹਿਲੋਂ ਹੀ ਗਾਗਰ ਜਿਹੜਾ ਹੈ ਇੱਕ ਜਲ ਦੀ ਭਰ ਕੇ ਲੈ ਆਉਂਦੇ ਨੇ ਔਰ ਦਰਿਆ ਤੋਂ ਲਿਆਉਂਦੇ ਨੇ। ਔਰ ਇਹ ਦਰਿਆ ਜੇ ਜਾਣਦੇ ਹੋ ਕੋਈ ਤਕਰੀਬਨ ਕਿਹਾ ਜਾਂਦਾ 3 ਕੋਹ ਸੀ, 3 ਕੋਹ ਦੀ ਦੂਰੀ ਤੋਂ ਲਿਆਉਣਾ। ਔਰ ਆਉਣ ਜਾਣ ਦੇ ਵਿੱਚ ਸਮਾਂ ਜਿਹੜਾ ਹੈ 2-2.5 ਘੰਟੇ ਲੱਗਦੀ ਹੋਣਗੇ। ਜੇ ਧੰਨ ਗੁਰੂ ਅੰਗਦ ਦੇਵ ਜੀ ਪਹਿਰ ਰਾਤ ਰਹਿੰਦੇ ਮੰਨ ਲਓ 3 ਵਜੇ ਉੱਠਦੇ ਹੋਣ, ਤੇ ਉਸ ਤੋਂ 2-3 ਘੰਟੇ ਪਹਿਲੋਂ ਬਾਬਾ ਅਮਰਦਾਸ ਜੀ ਉੱਠਦੇ ਹੋਣਗੇ, ਤਾਂ ਹੀ ਜਲ ਹੁੰਦਾ ਨਾ ਜੀ। ਅਦਕ ਪ੍ਰੇਤਕਾਰ ਸੇਵਾ ਠਾਨੇ, ਨਹਿ ਗੁਲਾਵੇਂ ਬਲੇ ਸੰਭਾਲ। ਔਰ ਬਾਬਾ ਅਮਰਦਾਸ ਜੀ ਬੜੇ ਹੀ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ। ਸੇਵਾ ਕਰਦੇ ਕਦੇ ਵਿਆਕੁਲ ਨਹੀਂ ਹੁੰਦੇ, ਕਦੇ ਕਾਹਲੇ ਨਹੀਂ ਪੈਂਦੇ। ਔਰ ਕੋਈ ਵੀ ਕੰਮ ਦੁਨੀਆ ਦੇ ਵਿੱਚ ਕਰੀਏ ਜਿਹਦੇ ਵਿੱਚ ਕਾਲਾਪਣ ਨਾ ਹੋਵੇ, ਬੰਦਾ ਅੱਕੇ ਨਾ, ਤੇ ਉਹਦੇ 'ਚ ਥਕਾਵਟ ਹੁੰਦੀ ਨਹੀਂ। ਚਾਹ ਦੇ ਨਾਲ ਉਹ ਕੰਮ ਹੋ ਜਾਂਦਾ, ਥਕਾਵਟ ਦਾ ਪਤਾ ਹੀ ਨਹੀਂ ਲੱਗਦਾ। ਹੁਣ ਪ੍ਰਥਮ ਇਸ਼ਨਾਨੇ ਬਸਤਰ ਪਖਾਲੇ, ਪੁਨਹ ਸ਼ੁਸ਼ਕ ਕਰਬੇ ਹਿਤ ਡਾਲ। ਕਹਿੰਦੇ ਸਭ ਤੋਂ ਪਹਿਲਾਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਾਉਂਦੇ ਨੇ। ਇਸ਼ਨਾਨ ਕਰਨ ਤੋਂ ਬਾਅਦ ਜਿਹੜੇ ਬਸਤਰ ਸਤਿਗੁਰੂ ਜੀ ਉਤਾਰਦੇ ਨੇ, ਉਹ ਸਾਰੇ ਬਸਤਰਾਂ ਨੂੰ ਬਾਬਾ ਅਮਰਦਾਸ ਜੀ ਧੋਂਦੇ ਨੇ। ਧੋ ਕੇ ਉਹਨਾਂ ਨੂੰ ਫਿਰ ਸੁੱਕਣੇ ਪਾ ਦਿੰਦੇ ਨੇ। ਔਰ ਜਦੋਂ ਤੱਕ ਉਹ ਸੁੱਕਦੇ ਨਹੀਂ, ਪੁਨ ਇਕਾਂਤ ਹੋਏ ਸਭ ਤੇ ਬੈਠੇ, ਕਹੇ ਨਨ ਸੁਣੇ ਬਚਨ ਕਿਸ ਨਾਲ। ਕੱਪੜੇ ਸੁੱਕਣੇ ਪਾਉਣ ਤੋਂ ਬਾਅਦ ਇਕਾਂਤ ਵਿੱਚ ਬੈਠ ਜਾਂਦੇ ਨੇ। ਕੱਪੜਿਆਂ ਦਾ ਧਿਆਨ ਵੀ ਰੱਖਦੇ ਨੇ, ਹਵਾ ਨਾਲ ਕੋਈ ਉੱਡ ਕੇ ਡਿੱਗੇ ਨਾ। ਔਰ ਕਿਸੇ ਨਾਲ ਬਚਨ ਬਲਾਸ ਨਹੀਂ ਕਰਦੇ, ਇਕਾਂਤ ਵਿੱਚ ਬੈਠ ਕੇ ਬਸ ਵਾਹਿਗੁਰੂ 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 ਜਪਦੇ ਨੇ। ਸਤਿਗੁਰ ਮੂਰਤ ਹਿਰਦੈ ਸੰਭਾਲੇ, ਅਪਰ ਮਨੋਰਥ ਸਭ ਤੇ ਟਾਲ। ਔਰ ਧੰਨ ਬਾਬਾ ਅਮਰਦਾਸ ਜੀ ਕੇਵਲ ਤੇ ਕੇਵਲ ਆਪਣੇ ਹਿਰਦੇ 'ਚ ਗੁਰੂ ਦੀ ਮੂਰਤ ਵਸਾ ਕੇ ਗੁਰੂ ਗੁਰੂ ਜਪਦੇ ਨੇ। ਹੋਰ ਕਿਸੇ ਵੀ ਤਰ੍ਹਾਂ ਦਾ ਸੰਕਲਪ ਕੋਈ ਫੁਰਨਾ ਉੱਠਣ ਦਿੰਦੇ ਹੀ ਨਹੀਂ। ਨਿਜ ਕੁਲ ਕੋ ਨਿਜ ਗ੍ਰਹਿ ਕੋ ਤਜ ਕਰ, ਨਹੀਂ ਜਾਏ ਪੁਨ ਕੀਨ ਸੰਭਾਲ। ਬਸ ਜਿਸ ਦਿਨ ਤੋਂ ਬਾਬਾ ਅਮਰਦਾਸ ਜੀ ਧੰਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਆ ਕੇ ਖਡੂਰ ਸਾਹਿਬ ਆ ਗਏ, ਉਸ ਦਿਨ ਤੋਂ ਬਾਅਦ ਮੁੜ ਕੇ ਪਰਤ ਕੇ ਆਪਣੇ ਟੱਬਰ ਵਿੱਚ ਨਹੀਂ ਗਏ, ਆਪਣੇ ਘਰ ਵਿੱਚ ਨਹੀਂ ਗਏ, ਆਪਣੇ ਕੁਲ ਦੀ ਜਿਹੜੀ ਸੰਭਾਲ ਨਹੀਂ ਕੀਤੀ। ਨਰ ਉਪਹਾਸ ਕਰਨ ਸਭ ਲਾਗੇ, ਬ੍ਰਿਧ ਹੋਏ ਕਿਆ ਕੀਨੀ ਢਾਲ। ਕਈ ਦਿਨ ਜਦੋਂ ਹੋ ਗਏ ਗਾਗਰ ਟੁੱਟਦਿਆਂ ਨੂੰ, ਜਲ ਦੀ ਸੇਵਾ ਕਰਦਿਆਂ,
ਤੇ ਕਈ ਜਿਹੜੇ ਜਾਣਦੇ ਸਨ ਕਿ ਧੰਨ ਗੁਰੂ ਅੰਗਦ ਦੇਵ ਜੀ ਦੇ ਰਿਸ਼ਤੇਦਾਰ ਦੇ ਵਿੱਚੋਂ ਇੱਕ ਕੁੜਮੋਂ ਵੀ ਲੱਗਦੇ ਨੇ। ਉਹ ਲੋਕ ਵਿੱਚੋਂ ਹਾਸਾ ਵੀ ਕਰਦੇ ਸਨ, ਮਖੌਲ ਵੀ ਉਡਾਉਂਦੇ ਸਨ ਕਿ ਹੁਣ ਬੁੱਢੇ ਬਾਰੇ ਕੁੜਮਾਂ ਦੇ ਘਰ ਆ ਕੇ ਬੈਠ ਗਏ, ਇਹ ਕਿਹੜਾ ਕੰਮ ਫੜ ਲਿਆ, ਹੁਣ ਸੇਵਾ ਕਰਨ ਦਾ ਸਮਾਂ, ਹੁਣ ਤੇ ਆਰਾਮ ਕਰਨ ਦਾ ਸਮਾਂ ਹੈ। ਹੁਣ ਕੁੜਮਾਂ ਦੇ ਘਰ ਵਿੱਚ ਆ ਕੇ ਇਸ ਵੇਲੇ ਪਾਣੀ ਪੀਂਦੇ ਨੇ, ਔਰ ਕਈ ਤਰ੍ਹਾਂ ਦੀਆਂ ਗੱਲਾਂ ਉਦੋਂ ਹੁੰਦੀਆਂ ਹੋਣਗੀਆਂ, ਕਿਉਂਕਿ ਇਤਿਹਾਸ ਦੇ ਵਿੱਚ ਭਾਵੇਂ ਇਹ 2-4 ਗੱਲਾਂ ਆਈਆਂ ਨੇ। ਇੱਕ ਤੇ ਲੋਕ ਇਹ ਕਹਿੰਦੇ ਸਨ ਕਿ ਸ਼ਾਇਦ ਲੜ ਕੇ ਆ ਗਏ ਹੋਣਗੇ, ਇੱਕ ਲੋਕ ਇਹ ਕਹਿੰਦੇ ਸਨ ਕਿ ਸ਼ਾਇਦ ਘਰੋਂ ਕੱਢ ਦਿੱਤਾ ਹੋਣਾ ਹੈ, ਔਰ ਉਹ ਜੁਲਾਹੀ ਵਾਲਾ ਇਤਿਹਾਸ ਅੱਗੇ ਜਾ ਕੇ ਆਉਣਾ ਹੈ ਕਿ ਜਿਹੜੇ ਸਤਿਗੁਰੂ ਜੀ ਨੂੰ ਥਾਵਾਂ ਵੀ ਕਹਿੰਦੇ ਸਨ, ਇਵੇਂ ਦੀਆਂ ਬਹੁਤ ਸਾਰੀਆਂ ਗੱਲਾਂ ਲੋਕ ਕਰਦੇ ਸਨ। ਪਰ ਧੰਨ ਬਾਬਾ ਅਮਰਦਾਸ ਜੀ ਉਹ ਕਈਆਂ ਦੀਆਂ ਗੱਲਾਂ ਸੁਣਦੇ ਵੀ ਨੇ, ਸੁਣ ਕੇ ਅਣਸੁਣੀ ਕਰ ਦਿੰਦੇ ਨੇ। ਸੰਮਤ ਗਇਓ ਬੀਤ ਜਬ ਇਸ ਬਿਦ, ਜੀਰਣ ਬਸਤਰ ਧਰੇ ਤਨ ਮਾਹੇ। ਕਹਿੰਦੇ ਇਸ ਤਰ੍ਹਾਂ ਸੇਵਾ ਕਰਦੇ ਜਦੋਂ ਪੂਰਾ 1 ਸਾਲ ਬਤੀਤ ਹੋ ਗਿਆ, ਤਨ ਤੇ ਪਾਏ ਹੋਏ ਕੱਪੜੇ ਵੀ ਜਿਹੜੇ ਨੇ ਬਿਲਕੁਲ ਘਸ ਗਏ ਨੇ ਜਾਂ ਪਾਟ ਹੀ ਗਏ, ਕਿਉਂਕਿ 1-2 ਜੋੜਾ ਘਰੋਂ ਲੈ ਕੇ ਆਏ ਹੋਣਗੇ। ਪਰਤ ਕੇ ਨਾ ਘਰ ਦੀ ਸੰਭਾਲ ਕੀਤੀ, ਨਾ ਆਪਣੇ ਤਨ ਦੇ ਔਰ ਕੱਪੜਿਆਂ ਵੱਲ ਧਿਆਨ ਹੀ ਨਹੀਂ ਦਿੱਤਾ। ਧਿਆਨ ਕੇਵਲ ਤੇ ਕੇਵਲ ਗੁਰੂ ਸੇਵਾ ਦੇ ਵਿੱਚ ਤੇ ਗੁਰੂ ਸਿਮਰਨ ਵਿੱਚ ਸੀ। ਸ੍ਰੀ ਅੰਗਤ ਸੇਵਾ ਤੇ ਤਤਪਰ, ਅਪਰ ਮਨੋਰਥ ਹੋਏ ਨਾ ਕਾਹੇ। ਧੰਨ ਬਾਬਾ ਅਮਰਦਾਸ ਜੋ ਕੇਵਲ ਤੇ ਕੇਵਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਦੇ ਵਿੱਚ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਨੇ, ਤਤਪਰ ਰਹਿੰਦੇ ਨੇ। ਹੋਰ ਕਿਸੇ ਤਰ੍ਹਾਂ ਦਾ ਮਨੋਰਥ ਨਾ, ਕਿਸੇ ਤਰ੍ਹਾਂ ਦਾ ਧਿਆਨ ਕਿ ਕੱਪੜਾ ਕਿਵੇਂ ਦਾ ਪਾਇਆ ਹੈ, ਪਾਟਾ ਹੈ ਕਿ ਨਹੀਂ ਪਾਟਾ। ਇੱਥੋਂ ਤੱਕ ਕਿ ਖਾਣ ਪੀਣ ਤੱਕ ਵੀ ਧਿਆਨ ਨਹੀਂ ਦਿੰਦੇ। ਖਾਣ ਪਾਣ ਨਿਰਬਾਹ ਦੇਹ ਹਿਤ, ਸੁਦਾ ਪਿਪਾਸਾ ਬਹੁ ਬਿਰਦਾ ਹੈ। ਉਹ ਖਾਣ ਪੀਣ ਬਾਬਾ ਅਮਰਦਾਸ ਜੀ ਕਰਦੇ ਨੇ। ਜਦੋਂ ਕਿਤੇ ਬਹੁਤੀ ਭੁੱਖ ਲੱਗਦੀ ਹੈ ਤੇ ਉਹਨਾਂ ਕੁਝ ਛਕਦੇ ਨੇ ਜਿਹਦੇ ਨਾਲ ਸਰੀਰ ਚੱਲਦਾ ਰਹੇ। ਪਿਆਸ ਜਦੋਂ ਕਿਤੇ ਬਹੁਤੀ ਲੱਗੇ ਜਲ ਛਕਦੇ ਨੇ, ਨਹੀਂ ਤੇ ਖਾਧਾ ਹੈ ਕਿ ਨਹੀਂ ਖਾਧਾ ਵੀ ਧਿਆਨ ਨਹੀਂ ਰਹਿੰਦਾ, ਜਲ ਛਕਿਆ ਕਿ ਨਹੀਂ ਛਕਿਆ ਇੱਧਰ ਵੀ ਧਿਆਨ ਨਹੀਂ ਜਾਂਦਾ। ਤਬ ਕੁਛ ਕਰੇ ਪਹਿਰਵੇ ਪਟਕੇ ਸੁਧ, ਬੁੱਧ ਕੌਣ ਕਰੇ ਹੋਏ ਨਾਹੇ। ਕਹਿੰਦੇ ਧੰਨ ਬਾਬਾ ਅਮਰਦਾਸ ਜੀ ਦੀ ਅਵਸਥਾ ਇਵੇਂ ਬਣ ਗਈ ਸੀ ਕਿ ਜਿਹੜੇ ਕੱਪੜਿਆਂ ਤੱਕ ਖਿਆਲ ਨਹੀਂ ਸਨ ਰੱਖਦੇ ਕਿ ਕੱਪੜੇ ਪਾਟ ਵੀ ਗਏ ਨੇ, ਤੇ ਖਾਣ ਪੀਣ ਦਾ ਧਿਆਨ ਉਹਨਾਂ ਕਿੱਥੋਂ ਰੱਖਣਾ ਸੀ। ਬਿਲਕੁਲ ਉਹ ਧਿਆਨ ਰੱਖਦੇ ਵੀ ਕਿ ਧਿਆਨ ਹੋਰ ਪਾਸੇ ਜਾਂਦਾ ਹੀ ਨਹੀਂ ਸੀ। ਏਕ ਬਰਖ ਬੀਤਿਓ ਪਿਖ ਸਤਿਗੁਰ, ਗਜ 1.5 ਕਿਤਾਬ ਦੀਨ ਰੁਮਾਲ। ਕਹਿੰਦੇ ਸੇਵਾ ਕਰਦੇ ਜਦੋਂ ਧੰਨ ਗੁਰੂ ਅੰਗਦ ਦੇਵ ਜੀ ਨੇ ਦੇਖਿਆ ਕਿ ਬਾਬਾ ਅਮਰਦਾਸ ਜੀ ਨੂੰ 1 ਸਾਲ ਹੋ ਗਿਆ, ਧੰਨ ਗੁਰੂ ਅੰਗਦ ਦੇਵ ਜੀ ਨੇ ਆਪਣੇ ਹੱਥੀਂ 1.5 ਗਜ ਦਾ ਰੁਮਾਲ ਪਰਨਾ ਜਿਹੜਾ ਹੈ ਉਹ ਦਿੱਤਾ। 1.5 ਗਜ ਦਾ, ਉਦੋਂ ਗਜ ਵੀ ਵੱਡੇ ਸਨ, ਕਿ ਉਹ 1.5 ਗਜ ਦਾ ਪਰਨਾ ਦਿੱਤਾ, ਬਖਸ਼ਿਸ਼ ਦਿੱਤੀ, ਜਿਹਨੂੰ ਆਪਾਂ ਸਿਰਪਾਓ ਕਹਿੰਦੇ ਹਾਂ। ਸੋ ਲੇਕਾਰ ਨਿਜ ਸੀਸ ਚੜਾਇਓ, ਦ੍ਰਿੜ ਕਰ ਬੰਦਿਓ ਰਸਰੇ ਨਾਲ। ਕਹਿੰਦੇ ਉਹ ਪਰਨਾ ਲੈ ਕੇ ਧੰਨ ਬਾਬਾ ਅਮਰਦਾਸ ਜੀ ਨੇ ਉਸੇ ਵੇਲੇ ਆਪਣੇ ਸਿਰ ਤੇ ਬੰਨ੍ਹ ਲਿਆ, ਔਰ ਸਿਰ ਤੇ ਬੰਨ੍ਹ ਕੇ ਉੱਤੋਂ ਰੱਸੀ ਬੰਨ੍ਹ ਲਈ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਗੁਰੂ ਸਾਹਿਬ ਦਾ ਪ੍ਰਸ਼ਾਦ ਹੈ, ਇਹ ਕਿਤੇ ਸਿਰ ਦੇ ਉੱਤੋਂ ਲੈ ਨਾ ਜਾਏ। ਬਹੁਰ ਉਤਾਰਨ ਕੋ ਨਹਿ ਕੇ ਨਸ, ਲੱਖ ਕਰ ਗੁਰੂ ਪ੍ਰਸਾਦ ਵਿਸਾਲ। ਕਹਿੰਦੇ ਉਸ ਤੋਂ ਬਾਅਦ ਧੰਨ ਬਾਬਾ ਅਮਰਦਾਸ ਜੀ ਨੇ ਉਹ ਸਿਰਪਾਓ, ਉਹ ਪਰਨਾ ਆਪਣੇ ਸਿਰ ਤੋਂ ਲਾਇਆ ਹੀ ਨਹੀਂ। ਗੁਰੂ ਸਾਹਿਬ ਦਾ ਪ੍ਰਸ਼ਾਦ ਜਾਣ ਕੇ, ਕਿਰਪਾ ਜਾਣ ਕੇ ਸਿਰ 'ਤੇ ਰੱਖਿਆ। ਔਰ ਨਾ ਲਾਉਣ ਦਾ ਭਾਵ ਅਰਥ ਇਹ ਨਹੀਂ ਕਿ ਗੁਰੂ ਸਾਹਿਬ ਨੇ ਉਹਨੂੰ ਕਦੇ ਧੋਤਾ ਹੀ ਨਹੀਂ ਹੋਵੇਗਾ, ਕਦੇ ਇਸ਼ਨਾਨ ਹੀ ਨਾ ਕਿਸੇ ਕੀਤਾ ਹੋਵੇਗਾ। ਰੋਜ਼ ਉਤਾਰਦੇ ਸਨ, ਕੇਸ ਵਾਹੁੰਦੇ ਸਨ, ਇਸ਼ਨਾਨ ਕਰਦੇ ਸਨ, ਪਰ ਫਿਰ ਉਸੇ ਤਰ੍ਹਾਂ ਬੰਨ੍ਹ ਕੇ ਉੱਤੋਂ ਫਿਰ ਰੱਸੀ ਦੇ ਨਾਲ ਬੰਨ੍ਹ ਲੈਣਾ। ਸੇਵਾ ਕਰੇ ਤਿਸ ਬਿਦ ਨਿਸ ਦੇਨਾ,
ਜਲ ਆਨੇ ਚਹੀਅਸ ਜਿਸ ਕਾਲ। ਕਹਿੰਦੇ ਇਸੇ ਤਰ੍ਹਾਂ 1 ਸਾਲ ਬਤੀਤ ਹੋ ਗਿਆ ਬਿਨਾਂ ਕਿਸੇ ਨਾਗੇ ਤੋਂ। ਬਾਬਾ ਅਮਰਦਾਸ ਜੀ ਨੇ ਸੇਵਾ ਦੇ ਵਿੱਚ ਕੋਈ ਛੁੱਟੀ ਨਹੀਂ ਲਈ, ਕੋਈ ਘਰ ਨਹੀਂ ਗਏ। ਜਲ ਲਿਆਉਂਦੇ ਨੇ ਬੜੇ ਭਾਵਨਾ ਦੇ ਨਾਲ, ਜਿੰਨਾ ਜਲ ਚਾਹੀਦਾ ਹੈ ਉਹਨਾਂ ਲੈ ਕੇ ਆਉਂਦੇ ਨੇ। ਬਰਖ 72 ਭਈ ਯਾਰ ਬਲ, ਤਬ ਆਏ ਸਤਿਗੁਰ ਕੇ ਪਾਸ। ਇੱਥੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਕੋਲ ਆਏ, ਇਹਨਾਂ ਨੇ 72 ਸਾਲ ਦੀ ਉਮਰ ਲਿਖੀ ਹੈ, ਪਰ ਸਾਰੇ ਬਾਕੀ ਦੇ ਵਿਦਵਾਨਾਂ ਦਾ ਮੰਨਣਾ ਕਿ ਉਦੋਂ ਉਮਰ 60 ਤੋਂ 62 ਸਾਲ ਦੀ ਸੀ ਜਦੋਂ ਧੰਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਬਾਬਾ ਅਮਰਦਾਸ ਜੀ ਆਏ ਨੇ। ਨਿਬਲ ਸਰੀਰ ਜਰਜਰੇ ਭੂਤ ਸੋ, ਤੋ ਸੇਵਕੋ ਧਰੇ ਹੁਲਾਸ। ਕਹਿਣ ਤੋਂ ਭਾਵ ਕਿ ਉਮਰ 62 ਕੁ ਸਾਲ ਦੀ ਉਦੋਂ ਜਿਹਨੂੰ ਲੋਕ ਕਹਿੰਦੇ ਨੇ ਕਿ ਬਜ਼ੁਰਗ ਹੋ ਗਿਆ। 60 ਕੇ ਬੁਢੇਪਾ ਆਵੇ ਜਿਹਨੂੰ ਲੋਕ ਕਹਿੰਦੇ ਨੇ ਕਿ ਬੁਢੇਪਾ ਆ ਗਿਆ, ਸਰੀਰ ਕਮਜ਼ੋਰ ਹੋ ਗਿਆ। ਉਸ ਵੇਲੇ ਧੰਨ ਬਾਬਾ ਅਮਰਦਾਸ ਜੀ ਸੇਵਾ ਕਰਦੇ ਨੇ ਗਾਗਰ ਚੁੱਕ ਕੇ ਜਲ ਢੋਣ ਦੀ, ਔਰ ਬੜੇ ਹੁਲਾਸ ਦੇ ਨਾਲ, ਬੜੇ ਚਾਅ ਦੇ ਨਾਲ ਸੇਵਾ ਕਰਦੇ ਨੇ। ਆਲਸ ਤਿਆਗ ਕਰਤ ਉਦਯੋਗੈ, ਕਲਸ਼ ਉਠਾਏ ਲਿਆਏ ਜਲ ਰਾਸ। ਕਹਿੰਦੇ ਆਲਸ ਨਹੀਂ ਆਉਣ ਦਿੰਦੇ ਨੇੜੇ। ਆਲਸ ਨੂੰ ਛੱਡ ਕੇ ਚਾਹੇ ਠੰਡ ਹੋਵੇ, ਗਰਮੀ ਹੋਵੇ, ਮੀਂਹ ਹੋਵੇ, ਹਨੇਰੀ ਹੋਵੇ, ਅੱਧੀ ਰਾਤ ਉੱਠ ਕੇ ਜਾਂਦੇ ਨੇ, ਜਲ ਭਰ ਕੇ ਲਿਆਉਂਦੇ ਨੇ, ਔਰ ਗੁਰੂ ਸਾਹਿਬ ਦੇ ਜਾਗਣ ਤੋਂ ਪਹਿਲੋਂ ਗਾਗਰ ਲੈ ਕੇ ਆ ਜਾਂਦੇ ਨੇ। ਨਿਜ ਤਨ ਕੀ ਯਾਰ ਘਰ ਕੁਟੁੰਬ ਕੇ, ਸੁਧ ਭੁਲੇ ਕਰ ਗੁਰ ਨਿਰਜਾਸ। ਕਹਿੰਦੇ ਧੰਨ ਬਾਬਾ ਅਮਰਦਾਸ ਜੀ ਉਹਨਾਂ ਨੇ ਆਪਣੇ ਤਨ ਦੇ ਵੀ ਸੁਧ ਭੁੱਲ ਗਏ, ਜਿਵੇਂ ਆਪਣੇ ਕੁਟੁੰਬ, ਆਪਣੇ ਟੱਬਰ ਦੇ ਵੀ ਯਾਦ ਭੁੱਲ ਗਏ। ਪੂਰੀ ਦੁਨੀਆ ਦੇ ਵਿੱਚੋਂ ਜਿਵੇਂ ਉਪਰਾਮ ਹੋ ਗਏ ਨੇ। ਕੇਵਲ ਤੇ ਕੇਵਲ ਜੇ ਕੋਈ ਸੁੱਧ ਬੁੱਧ ਹੈ ਤਾਂ ਉਹ ਕੇਵਲ ਇੰਨੀ ਹੈ, ਗੁਰੂ ਦੀ ਸੇਵਾ ਕਰਨੀ ਹੈ, ਗੁਰੂ ਦਾ ਸਿਮਰਨ ਕਰਨਾ ਹੈ। ਤਨ ਕਰ ਕਰੇ ਕਾਰ ਸਭ ਸੇਵਾ, ਮਨ ਕਰ ਗੁਰ ਕੋ ਸਦਾ ਸੰਭਾਲ। ਧੰਨ ਬਾਬਾ ਅਮਰਦਾਸ ਜੀ ਤਨ ਕਰਕੇ ਧੰਨ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਦੇ ਨੇ, ਔਰ ਮਨ ਕਰਕੇ ਗੁਰੂ ਸਾਹਿਬ ਦਾ ਸਿਮਰਨ ਕਰਦੇ ਨੇ, ਹਰ ਵੇਲੇ ਕਰਦੇ ਨੇ, ਜਿਹਨੂੰ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਹਾਥ ਪਾਉ ਕਰ ਕਾਮ ਸਭ, ਚੇਤ ਨਿਰੰਜਨ ਨਾਲ। ਕੇਤਕ ਨਰ ਜਬ ਮਿਲੇ ਆਣ ਕਰ, ਬੂਝੇ ਸਦਨ ਆਪਣੇ ਚਾਲ। ਕਹਿੰਦੇ ਇਸ ਤਰ੍ਹਾਂ ਸਾਲ 1.5 ਸਾਲ ਤੋਂ ਬਾਅਦ, ਕਿਉਂਕਿ ਪਿੰਡ ਬਾਸਰਕੇ ਤੋਂ ਵੀ ਸੰਗਤਾਂ ਆਉਂਦੀਆਂ ਸਨ ਧੰਨ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ। ਪਿੰਡ ਬਾਸਰਕੇ ਤੋਂ ਕੁਝ ਸੰਗਤਾਂ ਆਈਆਂ, ਬਾਬਾ ਅਮਰਦਾਸ ਜੀ ਨੂੰ ਜਾਣਨ ਵਾਲੇ ਆਏ ਅਤੇ ਆ ਕੇ ਕਹਿੰਦੇ ਨੇ ਅਮਰਦਾਸ ਚੱਲ ਚੱਲੀਏ, ਘਰ ਚੱਲੀਏ, ਪਿੰਡ ਚੱਲੀਏ। ਨਿਜ ਬੰਦਪ ਕੋ ਸਿੱਧ ਲਿਹੁ ਨਿਕੇ, ਕੁਟੰਬ ਮਿਲੋ ਤੁਝ ਚਹਿਤ ਵਿਸਾਲ। ਕਿ ਜਾ ਕੇ ਆਪਣੇ ਪਰਿਵਾਰ ਨੂੰ ਮਿਲੋ, ਆਪਣੇ ਰਿਸ਼ਤੇਦਾਰਾਂ ਨੂੰ ਮਿਲੋ। ਤੁਹਾਡਾ ਐਡਾ ਵੱਡਾ ਪਰਿਵਾਰ ਹੈ, ਟੱਬਰ ਹੈ, ਉਹ ਵੀ ਤੁਹਾਨੂੰ ਮਿਲਣਾ ਚਾਹੁੰਦੇ ਹੋਣਗੇ। ਕਿਉਂ ਇਤ ਬੈਠ ਰਹਿਓ ਕਿਆ ਲੇਵੈਂ, ਸਭ ਬਿਦ ਸੰਕਟ ਸਹਿ ਕਰਾਲ। ਔਰ ਉਹ ਪਿੰਡ ਦੇ ਲੋਕ ਕਹਿੰਦੇ ਨੇ ਅਮਰਦਾਸ ਕਹਿੰਦੇ ਕਿਉਂ ਐਵੇਂ ਬੁੱਢੇ ਵਰ ਇੱਥੇ ਬੈਠਾ ਹੈ, ਕੀ ਲੈਣਾ ਇੱਥੇ ਬੈਠ ਕੇ, ਐਵੇਂ ਦੁੱਖ ਸਹਾਰ ਰਿਹਾ ਹੈ, ਇੰਨਾ ਜਲ ਜਿਹੜਾ ਢੋ ਰਿਹਾ ਹੈ, ਪਾਣੀ ਢੋ ਰਿਹਾ ਹੈ, ਅਤੇ ਘਰ ਚੱਲੀਏ, ਘਰ ਚੱਲ ਕੇ ਆਰਾਮ ਕਰਨ ਦਾ ਸਮਾਂ ਹੈ, ਇਹ ਉਮਰ ਆਰਾਮ ਕਰਨ ਦੀ ਹੈ। 300 ਕਹੈ ਨਾ ਹਮਰਾ ਕੋਈ, ਹਮ ਕਿਸ ਹੂ ਕੇ ਨਹਿ ਕਿਸ ਕਾਲ। ਉਸ ਵੇਲੇ ਬਾਬਾ ਅਮਰਦਾਸ ਜੀ ਉਹਨਾਂ ਪਿੰਡ ਦੇ ਲੋਕਾਂ ਨੂੰ ਕਹਿੰਦੇ ਨੇ, ਭਰਾਵੋ ਭਾਈ 300 ਕਹੈ ਨਾ ਹਮਰਾ ਕੋਈ, ਸਾਡਾ ਕੋਈ ਨਹੀਂ, ਭਈ ਹੁਣ ਅਸੀਂ ਵੀ ਕਿਸੇ ਦੇ ਨਹੀਂ। ਜਿਮ ਪ੍ਰਵਾਹ ਮੈਂ ਤ੍ਰਿਣ ਮਿਲ ਜਾਵੇਂ, ਤਥਾ ਮੇਲ ਸਭ ਕੋ ਸਭ ਨਾਲ। ਸਤਿਗੁਰੂ ਜੀ
ਜਦੋਂ ਹਜੇ ਗੁਰੂ ਨਹੀਂ ਬਣੇ, ਬਾਬਾ ਅਮਰਦਾਸ ਜੀ ਕਹਿੰਦੇ ਨੇ ਭਈ ਪਰਿਵਾਰ ਦੇ ਨਾਲ ਸਾਡਾ ਸੰਬੰਧ ਹੈ ਜ਼ਰੂਰ, ਪਰ ਇੰਨਾ ਕੁ ਹੈ ਜਿਵੇਂ ਨਦੀ ਦੇ ਪਾਣੀ ਦੇ ਨਾਲ ਕੁਝ ਕੱਖਾਂ ਦਾ ਸੰਬੰਧ ਹੁੰਦਾ ਹੈ। ਹੁਣ ਕੱਖ ਪਾਣੀ ਚੱਲਦੇ ਹੋਏ ਵਗਦੇ ਹੋਏ ਜੇ ਪੈ ਜਾਣ ਕੱਖ, ਉਹ ਇੱਕ ਥਾਂ 'ਤੇ ਟਿਕਦੇ ਥੋੜ੍ਹੀ ਨੇ, ਪਤਾ ਹੀ ਨਹੀਂ ਕਿੱਥੋਂ ਦੇ ਕਿੱਥੇ ਚਲੇ ਜਾਂਦੇ ਨੇ। ਸੰਬੰਧ ਜ਼ਰੂਰ ਹੈ, ਔਰ ਪੂਰਬਲੇ ਕਰਮਾਂ ਕਰਕੇ ਬਣਿਆ ਹੈ। ਔਰ ਨਾਲ ਫਿਰ ਉਦਾਹਰਣ ਦੇ ਕੇ ਕਹਿੰਦੇ ਨੇ ਉਤਰਨ ਪਾਰ ਤਰੇ ਪਰ ਮੇਲਾ, ਪੁਨ ਵਿਛਰੇ ਨਹਿ ਕਰੇ ਸੰਭਾਲ। ਕਿ ਪਰਿਵਾਰ ਦੇ ਨਾਲ ਸਾਡਾ ਸੰਬੰਧ ਜ਼ਰੂਰ ਹੈ, ਪਰ ਇਹ ਕਹਿ ਲਓ ਕਿ ਹੁਣ ਉਹ ਸੰਬੰਧ ਜਿਹੜਾ ਹੈ ਇੱਕ ਪਾਸੇ ਰਹਿ ਗਿਆ, ਹੁਣ ਸੰਬੰਧ ਗੁਰੂ ਨਾਲ ਬਣ ਗਿਆ ਹੈ। ਸਾਡਾ ਸੰਬੰਧ ਇੰਨਾ ਕੋਈ ਹੈ ਜਿਵੇਂ ਕਿ ਨਦੀ ਨੂੰ ਪਾਰ ਕਰਨ ਲੱਗਿਆ ਬੇੜੇ ਦੇ ਵਿੱਚ ਕੁਝ ਲੋਕ ਬਹਿੰਦੇ ਨੇ, ਉਹ ਕੋਈ ਕਿੱਥੋਂ ਆਉਂਦਾ ਹੈ, ਕੋਈ ਕਿੱਥੋਂ ਆਉਂਦਾ ਹੈ। ਨਦੀ ਨੂੰ ਪਾਰ ਕਰਕੇ ਉਹ ਵਿਛੜ ਜਾਂਦੇ ਨੇ, ਫਿਰ ਸੰਜੋਗਾਂ ਦੇ ਨਾਲ ਕਿਤੇ ਮੇਲ ਮਿਲਾਪ ਹੁੰਦਾ ਹੈ, ਕਿਤੇ ਸੰਜੋਗ ਬਣਨਗੇ, ਮਿਲ ਲਵਾਂਗੇ। ਪਰ ਹੁਣ ਮੇਰਾ ਪਰਿਵਾਰ, ਮੇਰਾ ਟੱਬਰ, ਸਾਰਾ ਕੁਛ ਇੱਥੇ ਹੈ। ਅੱਗੇ ਫਿਰ ਕਹਿੰਦੇ ਨੇ ਆਏ ਪਾਹਣੋ ਨਿਸ ਬਿਸਰਾਮੈ, ਹੋਤ ਪ੍ਰਾਤ ਮਾਰਗ ਕੋ ਚਾਲ। ਬਾਬਾ ਅਮਰਦਾਸ ਜੀ ਕਹਿੰਦੇ ਨੇ ਕਿ ਮੈਂ ਤਾਂ ਇਹ ਸਮਝਣਾ ਮੇਰਾ ਪਰਿਵਾਰ ਨਾਲ ਬਸ ਇੰਨਾ ਕੁ ਸੰਬੰਧ ਹੈ ਕਿ ਜਿਵੇਂ ਪ੍ਰਾਹੁਣੇ ਹੁੰਦੇ ਨੇ ਨਾ, ਰਾਤ ਰਹਿੰਦੇ ਨੇ, ਸਵੇਰੇ ਉੱਠ ਕੇ ਚਲੇ ਜਾਂਦੇ ਨੇ। ਬਸ ਮੈਂ ਤਾਂ ਹੁਣ ਇਹ ਸਮਝਿਆ ਕਿ ਪ੍ਰਾਹੁਣਾ ਦੀ ਤਰ੍ਹਾਂ ਪਰਿਵਾਰ ਵਿੱਚ ਆਇਆ ਸਾਂ। ਉੱਥੇ 60-62 ਸਾਲ ਦੀ ਜਿੰਨੀ ਰਾਤ ਸੀ ਉਹ ਬਤੀਤ ਕਰ ਲਈ ਹੈ, ਪਰ ਹੁਣ ਦਿਨ ਚੜ੍ਹ ਗਿਆ ਹੈ, ਹੁਣ ਮੈਂ ਆਪਣੇ ਗੁਰੂ ਦੇ ਚਰਨਾਂ ਵਿੱਚ ਆ ਗਿਆ। ਪ੍ਰਾਹੁਣੇ ਰਾਤ ਰਹਿ ਕੇ ਚਲੇ ਜਾਂਦੇ ਨੇ। ਇਹ ਜੀਵਨ ਰੂਪੀ ਰਾਤ, ਸਮਝ ਲਓ ਕਿ 60-62 ਸਾਲ ਦੀ ਪਰਿਵਾਰ ਵਿੱਚ ਕੱਟ ਕੇ ਆਇਆ। ਅਬ ਮੇਰੇ ਸਤਿਗੁਰੂ ਹੈ ਸਭ ਕਿਛ, ਸਦਨ ਕੁਟੰਬ ਪਿਤਾ ਅਰ ਮਾਤ। ਧੰਨ ਬਾਬਾ ਅਮਰਦਾਸ ਜੀ ਕਹਿੰਦੇ ਨੇ ਭਾਈ ਹੁਣ ਤੇ ਮੇਰੇ ਲਈ ਸਭ ਕੁਝ ਮੇਰੇ ਸਤਿਗੁਰੂ ਜੀ ਨੇ। ਮੇਰਾ ਘਰ ਵੀ ਮੇਰੇ ਗੁਰੂ ਦਾ ਘਰ ਹੈ, ਕੁਟੰਬ ਮੇਰਾ ਪਰਿਵਾਰ ਵੀ ਮੇਰੇ ਲਈ ਮੇਰਾ ਗੁਰੂ ਹੈ, ਪਿਤਾ ਮੇਰੇ ਲਈ ਮੇਰਾ ਪਿਤਾ ਵੀ ਮੇਰਾ ਗੁਰੂ ਹੈ, ਔਰ ਮੇਰੀ ਮਾਂ ਵੀ ਮੇਰਾ ਗੁਰੂ ਹੈ। ਇਹ ਸਹਾਇਕ ਹੋਏ ਅੰਤ ਕੋ, ਰਹੇ ਇਕਲ ਜਹ ਕੋਈ ਨਾ ਜਾਤ। ਬਾਬਾ ਅਮਰਦਾਸ ਜੀ ਕਹਿੰਦੇ ਨੇ ਜਦੋਂ ਮਨੁੱਖ ਬਿਲਕੁਲ ਇਕੱਲਾ ਰਹਿ ਜਾਂਦਾ ਨਾ, ਜਿੱਥੇ ਨਾ ਮਾਤਾ, ਨਾ ਪਿਤਾ, ਨਾ ਭੈਣ ਭਰਾ, ਕੋਈ ਨਹੀਂ ਜਾਂਦਾ, ਉੱਥੇ ਕੇਵਲ ਤੇ ਕੇਵਲ ਫਿਰ ਇੱਕ ਗੁਰੂ ਸਹਾਇਕ ਹੁੰਦਾ ਹੈ। ਬਸ ਮੇਰਾ ਹੁਣ ਇੱਕ ਗੁਰੂ ਹੈ ਜਿਹੜਾ ਇੱਥੇ ਵੀ ਤੇ ਅੱਗੇ ਸਹਾਇਕ ਹੋਵੇਗਾ। ਜੀਵਤ ਪ੍ਰਾਣ ਆਧਾਰ ਇਹੀ ਹੈ, ਬਿਨ ਪੱਗ ਦੇਖੇ ਕਛ ਨਾ ਸੁਹਾਤ। ਬਾਬਾ ਅਮਰਦਾਸ ਜੀ ਕਹਿੰਦੇ ਨੇ ਹੁਣ ਤੇ ਮੇਰੀ ਜ਼ਿੰਦਗੀ ਦਾ ਜਿਉਣ ਦਾ ਆਧਾਰ ਹੀ ਧੰਨ ਗੁਰੂ ਅੰਗਦ ਦੇਵ ਜੀ ਨੇ। ਹੁਣ ਤੇ ਉਹਨਾਂ ਦੇ ਚਰਨਾਂ ਦੇ ਦਰਸ਼ਨ ਕੀਤੇ ਤੋਂ ਬਿਨਾਂ ਕੁਛ ਹੋਰ ਪਾਉਂਦਾ ਹੀ ਨਹੀਂ, ਚੰਗਾ ਲੱਗਦਾ ਹੀ ਨਹੀਂ। ਇਮ ਸੁਣ ਲੋਕ ਭਿਆਨੇ ਘਰ ਕੋ, ਜਾਣੇ ਭਇਓ ਨਿਲਾਇਕ ਗਾਤ। ਇਹ ਸੁਣ ਕੇ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ, ਔਰ ਬੇਨਤੀ ਕੀਤੀ ਸੀ ਪਿੰਡ ਬਾਸਰ ਕੇ ਤੂੰ ਵੀ ਆਏ ਸੀ, ਔਰ ਜਾਂਦਿਆਂ ਜਾਂਦਿਆਂ ਕਹਿੰਦੇ ਨੇ ਨਹੀਂ ਭਾਈ, ਘਰਦਿਆਂ ਨਾਲ ਗੁੱਸੇ ਹੋ ਕੇ ਆਇਆ ਜਾਂ ਘਰਦਿਆਂ ਨੇ ਕੱਢ ਦਿੱਤਾ ਤਾਂ ਹੀ ਘਰ ਨਹੀਂ ਜਾ ਰਿਹਾ। ਕਰਤ ਸੇਵ ਨਿਸ ਦਿਨ ਸ੍ਰੀ ਗੁਰ ਕੀ, ਅਹਿਮੇਵ ਤਜ ਕਹਿ ਸਭ ਰੀਤ। ਪਰ ਧੰਨ ਬਾਬਾ ਅਮਰਦਾਸ ਜੀ ਕਿਸੇ ਗੱਲ ਨੂੰ ਚਿੱਤ ਵਿੱਚ ਨਹੀਂ ਲੈ ਕੇ ਆਏ। ਦਿਨ ਰਾਤ ਹਰ ਵੇਲੇ ਹੰਕਾਰ ਨੂੰ ਛੱਡ ਕੇ ਨਿਮਰਤਾ ਦੇ ਵਿੱਚ ਰਹਿ ਕੇ ਧੰਨ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਦੇ ਨੇ। ਗੁਰੂ ਘਰ ਦੇ ਜਲ ਪ੍ਰਸ਼ਾਦੇ ਦੀ ਬਣਾਉਣ ਦੀ ਸੇਵਾ ਕਰਦੇ ਨੇ, ਜਲ ਦੀ ਸੇਵਾ ਕਰਦੇ ਨੇ। ਦਿਨ ਪ੍ਰਤ ਅਧਿਕ ਅਧਿਕ ਹੀ ਸੇਵੈ, ਕਰਤ ਚੌਪਿਅਤ ਉਪਜਾਤ ਚੇਤ। ਔਰ ਸੇਵਾ ਜਿਵੇਂ ਜਿਵੇਂ ਕਰਦੇ ਨੇ ਨਾ, ਇਹ ਨਹੀਂ ਕਿ ਬਸ ਇੰਨੇ ਕੁ ਮਿਥ ਲਈ ਇੰਨੀ ਹੀ ਕਰਨੀ ਹੈ। ਦਿਨ ਪ੍ਰਤੀ ਦਿਨ ਸੇਵਾ ਹੋਰ ਜ਼ਿਆਦਾ ਕਰਦੇ ਨੇ, ਹੋਰ ਜਿੰਨੇ ਜ਼ਿਆਦਾ ਕਰਦੇ ਨੇ ਉਨੇ ਜ਼ਿਆਦਾ ਚਾਅ ਪੈਦਾ ਹੋਰ ਹੁੰਦਾ ਕਿ ਹੋਰ ਕਰਾਂ। ਸੁਣੇ ਨਾ ਪੜੇ ਨਾ ਆਨ ਬੈਨ, ਮਨ ਗਿਨਹੇ ਨਾ ਗਿਣਤੇ ਕੁਛ ਵਿਪਰੀਤ। ਪਰ ਸੇਵਾ ਕਰਦਿਆਂ ਧੰਨ ਬਾਬਾ ਅਮਰਦਾਸ ਜੀ
ਨਾ ਤਾਂ ਕਿਸੇ ਦੀ ਕੋਈ ਗੱਲ ਸੁਣਦੇ ਨੇ, ਪਣਹੇ ਨਾ ਆਨ ਬੈਨ, ਔਰ ਨਾ ਹੀ ਕਿਸੇ ਨਾਲ ਕੋਈ ਬਹੁਤੀ ਗੱਲ ਕਰਦੇ ਨੇ। ਔਰ ਜੇ ਆਪਣੇ ਜੀਵਨ ਵਿੱਚ ਇੱਕ ਗੁਣ ਅਸੀਂ ਇਹ ਵੀ ਲੈ ਆਈਏ ਨਾ, ਬੜਾ ਵੱਡਾ ਗੁਣ ਹੈ। ਸੇਵਾ ਕਰਦੇ ਹਾਂ, ਗੱਲਾਂ ਬਾਤਾਂ ਤਾਂ ਛੱਡੋ, ਔਰ ਗੱਲਾਂ ਬਾਤਾਂ ਵੀ ਐਸੀਆਂ ਕਈ ਵਾਰੀ ਕੰਨਾਂ 'ਚ ਪੈਂਦੇ ਨੇ ਜਿਹੜੀਆਂ ਗੁਰੂ ਘਰ ਦੇ ਵਿੱਚ ਕਿ ਕਿਤੇ ਵੀ ਨਹੀਂ ਕਰਨੀਆਂ ਚਾਹੀਦੀਆਂ। ਉਹ ਸਮਝ ਨਹੀਂ ਲੱਗਦੀ ਕਿ ਇਹ ਸੇਵਾ ਹੋ ਰਹੀ ਕਿ ਲੜਾਈ ਹੋ ਰਹੀ। ਗੱਲਾਂ ਵੀ ਉੱਚੀ ਉੱਚੀ ਕਰਨੀ, ਔਰ ਜਦੋਂ ਸੁਣੀਏ ਨਹੀਂ ਨਹੀਂ ਭਾਈ ਲੜਾਈ ਨਹੀਂ, ਇਹ ਤਾਂ ਹਾਸੇ ਨਾਲ ਹੀ ਲੱਗੇ। ਨਹੀਂ, ਬਾਬਾ ਅਮਰਦਾਸ ਜੀ ਕਿਸੇ ਦੀ ਬਹੁਤੀ ਗੱਲ ਸੁਣਦੇ ਨਹੀਂ ਅਤੇ ਕਿਸੇ ਦੇ ਨਾਲ ਬਹੁਤੀ ਗੱਲ ਕਰਦੇ ਨਹੀਂ। ਹੋਰ ਗਿਣਤੀਆਂ ਮਿਣਤੀਆਂ ਕਿਸੇ ਤਰ੍ਹਾਂ ਦੇ ਕਰਦੇ ਨੇ, ਸੇਵਾ ਦੇ ਵਿੱਚ ਲੱਗੇ ਨੇ। ਸੇਵਾ ਕਰਦਿਆਂ ਵਿੱਚ ਮਨ ਦੇ ਵਿੱਚ ਜਿਹੜਾ ਸਿਮਰਨ ਚੱਲਦਾ ਹੈ, ਤਨ ਮਨ ਅਰਪਿਓ ਚਰਨ ਗੁਰੂ ਕੇ, ਇਸੇ ਖਿਆਲ ਮੈਂ ਹੈ ਪਰਮ ਅਤੀਤ। ਕਹਿੰਦੇ ਤਨ ਅਤੇ ਮਨ ਬਾਬਾ ਅਮਰਦਾਸ ਜੀ ਨੇ ਸਤਿਗੁਰੂ ਦੇ ਘਰ ਵਿੱਚ ਪੂਰਨ ਤੌਰ 'ਤੇ ਜਿਹੜਾ ਸਮਰਪਿਤ ਕਰ ਦਿੱਤਾ ਹੈ। ਹੋਰ ਕਿਸੇ ਦਾ ਖਿਆਲ, ਕਿਸੇ ਤਰ੍ਹਾਂ ਦਾ ਖਿਆਲ ਜਿਹੜਾ ਹੁੰਦਾ ਹੀ ਨਹੀਂ, ਪੂਰੀ ਤਰ੍ਹਾਂ ਜਿਵੇਂ ਅਤੀਤ ਹੋ ਗਏ ਨੇ। ਪੁਨ ਸੰਮਤ ਦੂਸਰ ਭਾ ਪੂਰਨ, ਸਿਰ ਗੁਰ ਦੂਜੋ ਦੇਣ ਰੁਮਾਲ। ਕਹਿੰਦੇ ਸੇਵਾ ਕਰਦਿਆਂ ਦੂਸਰਾ ਸਾਲ ਪੂਰਾ ਹੋ ਗਿਆ। ਉਸੇ ਤਰ੍ਹਾਂ ਧੰਨ ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ 1.5 ਗਜ ਦਾ ਹੋਰ ਜਿਹੜਾ ਸਿਰਪਾਓ ਦਿੱਤਾ। ਬਖਸ਼ਿਸ਼ ਜਾਣੇ ਸੁਆਮੀ ਕਰਕੇ, ਸਿਰ ਪਰ ਬਾਂਧ ਲੈਣ ਤਤਕਾਲ। ਤੇ ਧੰਨ ਬਾਬਾ ਅਮਰਦਾਸ ਜੀ ਨੇ ਗੁਰੂ ਘਰ ਦੀ ਬਖਸ਼ਿਸ਼ ਜਾਣ ਕੇ ਉਸੇ ਵੇਲੇ ਸਰੂਪਾ ਜਿਹੜਾ ਹੈ ਸਿਰ 'ਤੇ ਬੰਨਿਆ। ਉਸੇ ਤਰ੍ਹਾਂ ਬੰਨ੍ਹ ਕੇ ਉੱਤੇ ਰੱਸੀ ਬੰਨ੍ਹ ਲਈ, ਸਤਿਕਾਰ ਕੀਤਾ। ਔਰ ਸਿਰਪਾਓ ਹੁੰਦਾ ਹੀ ਅਸਲ ਵਿੱਚ ਇਸ ਕਰਕੇ ਕਿ ਸਿਰ 'ਤੇ ਪਾਈ ਬੰਨ੍ਹ ਲਓ। ਵੈਸੇ ਜੇ ਸਿਰਪਾਓ ਦਾ ਅਰਥ ਤੁਸੀਂ ਲੱਭੋਗੇ ਨਾ, ਸਿਰਪਾਓ ਦਾ ਅਰਥ ਹੁੰਦਾ ਪੈਰਾਂ ਤੋਂ ਲੈ ਕੇ ਸਿਰ ਤੱਕ ਪੂਰੇ ਬਸਤਰ, ਸਿਰਪਾਓ ਉਹਨੂੰ ਕਿਹਾ ਜਾਂਦਾ ਹੈ। ਪਰ ਇਹ ਸਿਰਪਾਓ ਜਿਹੜਾ 2 ਸਵਾ 2 ਗਜ ਦਾ ਦਿੱਤਾ ਜਾਂਦਾ, ਔਰ ਖਿਮਾ ਕਰਨਾ, ਇਹਨੂੰ ਤਾਂ ਹੁਣ ਖੇਡ ਹੀ ਬਣਾ ਕੇ ਰੱਖ ਦਿੱਤਾ। ਦੇਖੋ ਜਿਹੜੇ ਰਾਜਨੀਤਿਕ ਨੇਤਾ ਨੇ ਉਹ ਦਿੰਦੇ ਨੇ, ਦਿੱਤੇ ਜਾਣ, ਕਰੀ ਜਾਣ। ਪਰ ਜਦੋਂ ਕਿਸੇ ਸੰਸਥਾ 'ਤੇ ਵੱਡੇ ਉਹਦੇ 'ਤੇ ਬੈਠਾ ਹੋਇਆ, ਜਿਹਨੂੰ ਅਸੀਂ ਜਥੇਦਾਰ ਵੀ ਕਹਿੰਦੇ ਹਾਂ, ਉਹ ਵੀ ਐਵੇਂ ਦੀ ਖੇਡ ਕਰੇ ਕਿ ਅਮਿਤ ਸ਼ਾਹ ਜਿਹਨੂੰ ਕੁਝ ਦਿਨ ਤੱਕ ਪਹਿਲੋਂ ਕਹਿੰਦੇ ਸਨ ਕਿ 750 ਲੋਕਾਂ ਦਾ ਕਤਲ ਹੈ, ਕਿ ਉਹਨੇ ਐਡਾ ਵੱਡਾ ਕਿਹੜਾ ਕੰਮ ਕਰ ਦਿੱਤਾ ਕਿ ਜਥੇਦਾਰ ਨੂੰ ਸਰੂਪਾ ਹੀ ਦੇਣਾ ਪੈ ਗਿਆ। ਕਿਉਂਕਿ ਪੁੱਛਣ ਵਾਲਾ ਕੋਈ ਨਹੀਂ ਨਾ ਜੀ। ਧੰਨ ਬਾਬਾ ਅਮਰਦਾਸ ਜੀ ਨੇ 2 ਸਾਲ ਬਿਨਾਂ ਨਾਗੇ ਤੋਂ ਸੇਵਾ ਕੀਤੀ। ਗੁਰੂ ਸਾਹਿਬ ਨੇ ਖੁਸ਼ ਹੋ ਕੇ ਸਿਰਪਾਓ ਦਿੱਤਾ। ਬੇਸ਼ੱਕ ਉਹ ਹੋਏਗਾ ਗ੍ਰਹਿ ਮੰਤਰੀ, ਪਰ ਕੀ ਸੇਵਾ ਕੀਤੀ, ਸਾਡੇ ਲਈ ਕੀ ਕੀਤਾ, ਕੌਮ ਲਈ ਕੀ ਕੀਤਾ ਕਿ ਉਹਨੂੰ ਸਰੂਪਾ ਦੇ ਦਿੱਤਾ। ਔਰ ਕੇਵਲ ਉਹ ਨਹੀਂ, ਇਹ ਤਾਂ ਖੇਡ ਹੀ ਬਣਾਤੀ, ਹਰ ਕਿਸੇ ਨੂੰ ਸਰੂਪਾ ਦੇਣਾ ਹੈ ਜੀ। ਖੈਰ ਸਤਿਗੁਰੂ ਜੀ ਕਿਰਪਾ ਕਰਨ। ਧੰਨ ਬਾਬਾ ਅਮਰਦਾਸ ਜੀ ਨੂੰ ਸਮਝਦੇ ਨੇ ਕਿ ਗੁਰੂ ਘਰ ਦੀ ਬਖਸ਼ਿਸ਼ ਹੈ। ਦ੍ਰਿੜ ਕਾਰ ਦਾਮ ਜੇ ਉਤਰੇ ਨਾਹਿਨ, ਸਿਥਲ ਹੋਏ ਪੁਨ ਲਹਿ ਸੰਭਾਲ। ਕਹਿੰਦੇ ਐਨ ਘੁੱਟ ਕੇ ਉਸ ਪਰਨੇ ਨੂੰ ਬੰਨ੍ਹ ਲਿਆ। ਉਸੇ ਤਰ੍ਹਾਂ ਉੱਤੇ ਰੱਸੀ ਵੀ ਬੰਨ੍ਹੀ ਕਿ ਉੱਤਰ ਨਾ ਜਾਏ, ਆਪਣੇ ਆਪ ਕਿਤੇ ਢਿੱਲਾ ਨਾ ਹੋ ਜਾਏ। ਕਬਹੂ ਨਹੀਂ ਉਤਾਰ ਨਿਹਾਰੇ, ਭੇਜੇ ਕਈ ਵਾਰ ਜਲ ਨਾਲ। ਕਹਿੰਦੇ ਹਰ ਰੋਜ਼ ਭਾਵੇਂ ਸਤਿਗੁਰੂ ਜੀ ਉਤਾਰਦੇ ਨੇ, ਬੰਨ੍ਹਦੇ ਨੇ, ਕੰਘਾ ਕਰਦੇ ਨੇ, ਪਰ ਦਿਨ 'ਚ ਜਦੋਂ ਕਿਤੇ ਭਿੱਜ ਵੀ ਜਾਂਦਾ ਹੈ, ਸਿਰ 'ਤੇ ਬੰਨ੍ਹਿਆ ਹੋਇਆ ਪਰਨਾ, ਫਿਰ ਨਹੀਂ ਉਤਾਰਦੇ। ਬੈਸ ਘਟਤ ਨਿਤ ਪ੍ਰੇਮ ਬਦਤ ਚਿੱਤ, ਤਿਉਂ ਤਿਉਂ ਸੇਵਾ ਕਰੇ ਕਿਰਪਾਲ। ਕਹਿੰਦੇ ਸਰੀਰ ਦੀ ਜਿਹੜੀ ਆਰਬਲਾ ਹੈ, ਉਮਰ ਹੈ, ਉਹ ਘਟਦੀ ਜਾਂਦੀ ਹੈ। ਇਹ ਕਹਿ ਲਈਏ ਕਿ ਭਾਵੇਂ ਵੱਧਦੀ ਜਾਂਦੀ ਹੈ, ਪਰ ਮੌਤ ਵਾਲੇ ਪਾਸੋਂ ਘਟਦੀ ਜਾਂਦੀ ਹੈ। ਦੁਨੀਆ ਦੇ ਨਜ਼ਰ ਦੇ ਹਿਸਾਬ ਨਾਲ ਉਮਰ ਜਿਹੜੀ ਵੱਧਦੀ ਜਾਂਦੀ ਹੈ। ਔਰ ਜਿਵੇਂ ਜਿਵੇਂ ਇਹ ਉਮਰ ਘਟ ਰਹੀ ਹੈ, ਬਾਬਾ ਅਮਰਦਾਸ ਜੀ ਉਵੇਂ ਉਵੇਂ ਹੋਰ ਚਾਅ ਦੇ ਨਾਲ ਸੇਵਾ ਕਰ ਰਹੇ ਨੇ। ਨਰ ਉਪਹਾਸ ਜੇ ਠਾਨੇ ਮੂਰਖ, ਨਹਿ ਮਾਨੇ ਕਰ ਮੌਨ ਵਿਸਾਲ। ਪਰ ਜਿਹੜੇ ਮੂਰਖ ਲੋਕ ਨੇ ਉਹ ਵੇਖ ਵੇਖ ਕੇ ਹੱਸਦੇ ਵੀ ਨੇ।
ਕਿ ਇੰਨੇ ਬਜ਼ੁਰਗ ਹੋ ਗਏ ਨੇ ਹਜੇ ਵੀ ਟਿਕਾ ਨਹੀਂ ਹੁੰਦਾ, ਹੋਰ ਸੇਵਾ ਕਰਦੇ ਨੇ, ਹੋਰ ਕਰਦੇ ਨੇ। ਭਾਉ ਭਗਤ ਮੈਂ ਜਾਗੇ ਨਿਤ ਪ੍ਰਤ, ਸੋਇਓ ਜੇ ਜਾਗੇ ਜੰਜਾਲ। ਪਰ ਧੰਨ ਬਾਬਾ ਅਮਰਦਾਸ ਜੀ ਕਿਸੇ ਦੀ ਗੱਲ ਸੁਣਦੇ ਹੀ ਨਹੀਂ। ਕੰਨਾਂ 'ਚ ਪੈਂਦੀਆਂ ਤੇ ਬੜੀਆਂ ਨੇ, ਪਰ ਉਹ ਸੁਣਦੇ ਨਹੀਂ, ਸੁਣ ਕੇ ਅਣਸੁਣੀ ਕਰ ਦਿੰਦੇ ਨੇ। ਸਗੋਂ ਪ੍ਰੇਮਾ ਭਗਤੀ ਦੇ ਵਿੱਚ ਭਿੱਜ ਕੇ ਨਿੱਤਾ ਪ੍ਰਤੀ ਰੋਜ਼ ਜਾਗਦੇ ਨੇ, ਅਤੇ ਜੇ ਸੌਂਦੇ ਨੇ ਤਾਂ ਦੁਨੀਆ ਦੇ ਜੰਜਾਲਾਂ ਵੱਲੋਂ ਸੁੱਤੇ ਹੋਏ ਨੇ, ਵਿਕਾਰਾਂ ਵੱਲੋਂ ਸੁੱਤੇ ਹੋਏ ਨੇ, ਪਰ ਸੇਵਾ ਸਿਮਰਨ ਕਰਕੇ ਹਰ ਵੇਲੇ ਜਾਗਦੇ ਨੇ। ਬਸਤਰ ਫਟਤ ਤਨ ਦੁਰਬਲ ਹੋਇਓ, ਗੁਰ ਅਨੁਰਾਗ ਧਰੇ ਰੰਗ ਲਾਲ। ਕਿਉਂਕਿ ਲੋਕ ਇਸ ਕਰਕੇ ਵੀ ਹੱਸਦੇ ਨੇ, ਤਨ ਦੇ ਕੱਪੜੇ ਵੀ ਪਾਟ ਜਾਂਦੇ ਨੇ, ਸੰਭਾਲ ਹੀ ਨਹੀਂ ਕਰਦੇ। ਪਾਟੇ ਹੋਏ ਕੱਪੜੇ ਵੇਖ ਵੇਖ ਕੇ ਵੀ ਹੱਸਦੇ ਨੇ, ਪਰ ਧੰਨ ਬਾਬਾ ਅਮਰਦਾਸ ਜੀ, ਉਹਨਾਂ ਨੂੰ ਗੁਰੂ ਦੇ ਪਿਆਰ ਦਾ ਰੰਗ ਇੰਨਾ ਚੜ੍ਹਿਆ ਹੈ ਕਿ ਉਹਦੇ ਸਾਹਮਣੇ ਕੋਈ ਕੱਪੜਾ ਆਪਣਾ ਤਨ ਵੀ ਨਜ਼ਰ ਨਹੀਂ ਆਉਂਦਾ। ਤ੍ਰਿਤੇ ਬਰਖ ਮਹਿ ਸ੍ਰੀ ਗੁਰ ਅੰਗਤ, ਤ੍ਰਿਤੇ 1.5 ਗਜ ਦਿਨੋ ਚੇਰ। ਇਸੇ ਤਰ੍ਹਾਂ 3 ਸਾਲ ਬਤੀਤ ਹੋ ਗਏ। ਧੰਨ ਗੁਰੂ ਅੰਗਦ ਦੇਵ ਜੀ ਨੇ 3 ਸਾਲ ਬਾਅਦ ਫਿਰ 1.5 ਗਜ ਦਾ ਤੀਸਰਾ ਪਰਨਾ ਫਿਰ ਦਿੱਤਾ। ਉਹ ਫਿਰ ਉਸੇ ਤਰ੍ਹਾਂ ਸਿਰ ਤੇ ਬੰਨਿਆ। ਨਹਿ ਬੋਲੇ ਤੇ ਸੰਗ ਕਬੇ ਕਛ, ਬੈਠੇ ਦੂਰ ਕੇ ਹੋਵੇ ਤੀਰ। ਪਰ 3 ਸਾਲ ਹੋ ਗਏ, ਤੀਸਰੀ ਵਾਰੀ ਇਹ ਪਰਨਾ ਤੇ ਦੇ ਦਿੱਤਾ, ਸਰੂਪਾ ਤੇ ਦੇ ਦਿੱਤਾ। ਪਰ ਧੰਨ ਗੁਰੂ ਅੰਗਦ ਦੇਵ ਜੀ ਨੇ ਬਚਨ ਇੱਕ ਵੀ ਨਹੀਂ ਕੀਤਾ। ਪਹਿਲੇ ਦਿਨ ਹਾਲ ਚਾਲ ਪੁੱਛਿਆ ਸੀ ਬਸ, ਜਦੋਂ ਆਏ ਸਨ। 3 ਸਾਲਾਂ ਦੇ ਵਿੱਚ ਕੋਈ ਬਚਨ ਨਹੀਂ ਕੀਤਾ ਬਾਬਾ ਅਮਰਦਾਸ ਜੀ ਨਾਲ। ਉਹ ਸੇਵਾ ਕਰਦੇ ਨੇ, ਇਕਾਂਤ ਵਿੱਚ ਜਾ ਕੇ ਬੈਠ ਜਾਂਦੇ ਨੇ। ਹਾਥ ਚਰਨ ਜੁਗ ਭਏ ਬਿਬਰਨੇ, ਫਟੇ ਮਾਸ ਲਾਗੇ ਜਲਸੀਰ। ਹੁਣ ਸੇਵਾ ਕਰਦਾ ਕਰਿਆ ਹੱਥ ਪੈਰ ਜਿਹੜੇ ਨੇ ਹੋਰ ਹੀ ਰੰਗ ਦੇ ਹੋ ਗਏ, ਕਿਉਂਕਿ ਠੰਡਾ ਜਲ ਹੁੰਦਾ ਸੀ। ਠੰਡ ਹੋਵੇ, ਗਰਮੀ ਹੋਵੇ, ਬਰਸਾਤ ਹੋਵੇ, ਪਾਣੀ ਲਿਆਉਣਾ ਹੀ ਲਿਆਉਣਾ ਹੈ। ਹੱਥਾਂ ਦੇ ਜਿਹੜੇ ਮਾਸ ਉਹ ਪਟ ਗਿਆ, ਪੈਰਾਂ ਦਾ ਮਾਸ ਪਟ ਗਿਆ। ਤਉ ਨ ਮਨ ਮਹਿ ਪੁਰੈ ਔਰ ਬਿਦ, ਇੱਕ ਸੇਵਾ ਤੇ ਤਤਪਰ ਧੀਰ। ਭਾਵੇਂ ਜਿੰਨਾ ਮਰਜ਼ੀ ਅੱਡੀਆਂ ਪਾਟੀਆਂ ਨੇ, ਪਰ ਫਿਰ ਵੀ ਸੇਵਾ ਕਰਦੇ ਉਹਨਾਂ ਨੂੰ ਇਸ ਗੱਲ ਦਾ ਇਸ ਵੇਲੇ ਬਿਲਕੁਲ ਧਿਆਨ ਹੀ ਨਹੀਂ ਜਾਂਦਾ ਕਿ ਪੈਰ ਵੀ ਪੱਟੇ। ਉਹ ਠੰਡ ਵਿੱਚੋਂ ਦਰਦ ਵੀ ਹੁੰਦੇ ਹੋਣਗੇ, ਪਰ ਦਰਦ ਮਹਿਸੂਸ ਹੀ ਨਹੀਂ ਹੁੰਦੀ। ਚਾਹ ਹੀ ਇੰਨਾ ਕਿ ਚਾਹ ਦੇ ਨਾਲ ਤਤਪਰ ਰਹਿੰਦੇ ਨੇ, ਸੇਵਾ ਕਰੀ ਜਾਂਦੇ ਨੇ। ਜਾਮ ਜਾਮਨੇ ਜਾਗੇ, ਆਨੇ ਜਲ ਕੋ ਕਲਸ, ਕਰਾਏ ਇਸ਼ਨਾਨ। 3 ਸਾਲਾਂ ਦੇ ਵਿੱਚ ਕੋਈ ਛੁੱਟੀ ਨਹੀਂ, ਕੋਈ ਨਾਗਾ ਨਹੀਂ। ਪੈਰ ਰਾਤ ਰਹਿੰਦੇ ਜਾਗਦੇ ਨੇ, ਜਲ ਲਿਆਉਂਦੇ ਨੇ, ਧੰਨ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਕਰਾਉਂਦੇ ਨੇ। ਚਰਨ ਪਖਾਰੇ ਬਸਤਰ ਪਖਾਰੇ, ਪੁਣ ਪਰਮੇਸ਼ਰ ਸਿਮਰਨ ਠਾਨ। ਸਤਿਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ ਨੇ, ਸਮੇਂ ਸਮੇਂ ਸਿਰ ਚਰਨ ਧਵਾਉਂਦੇ ਨੇ, ਬਸਤਰ ਧੋਂਦੇ ਨੇ, ਬਸਤਰਾਂ ਨੂੰ ਸੁਕਾਉਂਦੇ ਨੇ, ਅਤੇ ਫਿਰ ਇਕਾਂਤ ਵਿੱਚ ਬੈਠ ਕੇ ਪਰਮੇਸ਼ਰ ਦਾ ਧਿਆਨ ਧਰਦੇ ਨੇ, ਗੁਰੂ ਗੁਰੂ ਜਪਦੇ ਨੇ। ਬਹੁਤ ਦੇਗ ਹਿਤ ਨੀਰ ਘਟਾ ਭਰ, ਚਹੀਐ ਜਿਤਕ ਤਿਤਕ ਧਿਆਨ। ਕਿਉਂਕਿ ਲੰਗਰ ਵੀ ਥੋੜ੍ਹਾ ਨਹੀਂ ਸੀ ਤਿਆਰ ਹੁੰਦਾ। ਲੰਗਰ ਵਾਸਤੇ ਜਲ ਬਹੁਤ ਚਾਹੀਦਾ ਹੁੰਦਾ ਸੀ, ਪਰ ਜਿੰਨਾ ਵੀ ਲੰਗਰ ਲਈ ਜਲ ਚਾਹੀਦਾ ਸੀ ਉਹ ਧੰਨ ਬਾਬਾ ਅਮਰਦਾਸ ਜੀ ਦਿਨ 'ਚ ਭਰ ਕੇ ਲਿਆਉਂਦੇ ਸਨ। ਸਮਤਾਇਆਨੇ ਜਾਰਨ ਠਾਨੇ, ਪੁੰਨ ਪੰਕਤ ਜੁਤ ਕਰਹੀ ਖਾਨ। ਪਾਣੀ ਭਰਨ ਤੋਂ ਬਾਅਦ ਜਦੋਂ ਸਮਾਂ ਲੱਗਦਾ ਸੀ, ਫਿਰ ਲੱਕੜੀਆਂ ਵੀ ਲਿਆਉਂਦੇ ਸਨ, ਸੁੱਕੀਆਂ ਚੁੱਕ ਕੇ ਅੱਗ ਵੀ ਬਾਲਦੇ ਸਨ, ਨਾਲ ਲੱਗ ਕੇ ਲੰਗਰ ਤਿਆਰ ਵੀ ਕਰਦੇ ਸਨ। ਫਿਰ ਪੰਗਤ ਦੇ ਵਿੱਚ ਬੈਠ ਕੇ ਜ਼ਰੂਰਤ ਜਿੰਨੀ ਜ਼ਰੂਰਤ ਸੀ ਉਸ ਤੋਂ ਘੱਟ ਛਕਦੇ ਹੁੰਦੇ ਸਨ। ਪ੍ਰਾਤ ਸੁਧਾਰੇ ਸਤਿਗੁਰ ਕੇ ਸਭ, ਗਰਮੀ ਵਿਖੈ ਸੋ ਹਾਂਕੇ ਪਾਉਣ। ਕਹਿੰਦੇ ਗੁਰੂ ਸਾਹਿਬ ਦੇ ਜਿੰਨੇ ਬਸਤਰ ਹੁੰਦੇ ਸਨ, ਜਿੱਥੇ ਉਹ ਧੋਂਦੇ ਸਨ, ਗੁਰੂ ਸਾਹਿਬ ਜਿਨ੍ਹਾਂ ਬਰਤਨਾਂ ਦੇ ਵਿੱਚ ਪ੍ਰਸ਼ਾਦਾ ਛਕਦੇ ਸਨ ਉਹਨਾਂ ਨੂੰ ਧੋਂਦੇ ਸਨ। ਗਰਮੀ ਹੁੰਦੀ ਸੀ, ਉਦੋਂ ਸਤਿਗੁਰੂ ਜੀ ਨੂੰ, ਗੁਰੂ ਕੀ ਸੰਗਤ ਨੂੰ ਬਾਬਾ ਅਮਰਦਾਸ ਜੀ ਹੱਥਾਂ ਦੇ ਨਾਲ ਪੱਖਾ ਝੱਲਦੇ ਨੇ,
जब जल पान करे ले आवें सेज सुधारे हित गुर सौण। जदों जल की लोड़ हुंदी सी बाबा अमरदास जी लिया के जल विछकाउंदे सन। रात नूं सौण वास्ते जिहड़ी छेद तैयार करते सन, बिस्तरा विछाउंदे सन, वो सेवा भी बाबा अमरदास जी आप ही करते हैं। इस तरह सेवा करते 3 साल बतीत हो गए। नागा बिना नागे तो अणथक सेवा कर रहे हैं। अगे जिवें गुरु साहब जी कृपा करनगे समय के मुताबिक कितनी बेनती प्रवान करनी है जी। हुई भुलों की खिमा। आओ 1-2 मिनट होर रसना के नाल हाजरी लवाइए, फिर समाप्ति है जी। वाहेगुरु 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 वाहेगुरु। वाहेगुरु वाहेगुरु वाहेगुरु